ਸਾਡਾ ਇੱਕ ਛੋਟਾ ਜਿਹਾ ਪਿੰਡ ਸੀ ਜੋ ਸ਼ਹਿਰ ਤੋਂ ਕਾਫੀ ਦੂਰ ਸੀ। ਉੱਥੇ ਇੱਕ ਅਜਿਹੀ ਰਸਮ ਸੀ ਜਿਸ ਨੂੰ ਮੈਂ ਬਚਪਨ ਤੋਂ ਦੇਖਦੀ ਆ ਰਹੀ ਸੀ। ਖੂਹ ਕੋਲ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ। ਉਸ ਵਿੱਚ ਪੂਰਾ ਹਨੇਰਾ ਸੀ। ਇੱਕ ਮੰਜਾ ਸੀ ਜਿਸ ਤੇ ਪਈ ਮੈਂ ਰੋ ਰਹੀ ਸੀ। ਨਾ ਜਾਣੇ ਇਹ ਕਿਹੋ ਜਿਹੀ ਰਸਮ ਸੀ। ਕੁੜੀਆਂ ਤੇ ਇੱਕ ਅਜੀਬ ਕਿਸਮ ਦਾ ਜ਼ੁਲਮ ਹੋ ਰਿਹਾ ਸੀ। ਸਾਰੀਆਂ ਕੁਆਰੀਆਂ ਕੁੜੀਆਂ ਨੂੰ ਇਹ ਪ੍ਰੀਖਿਆ ਦੇਣੀ ਪੈਂਦੀ ਸੀ, ਪਰ ਕਿਉਂ? ਪਿੰਡ ਵਿੱਚ ਜਦੋਂ ਵੀ ਕਿਸੇ ਕੁੜੀ ਦਾ ਵਿਆਹ ਹੁੰਦਾ ਤਾਂ ਇਹ ਦੇਖਣ ਲਈ ਕਿ ਉਹ ਕੁੜੀ ਪਵਿੱਤਰ ਹੈ, ਇਹ ਰਸਮ ਕੀਤੀ ਜਾਂਦੀ ਸੀ। ਕੁੜੀ ਨੂੰ ਖੂਹ ਕੋਲ ਲਿਜਾਇਆ ਜਾਂਦਾ ਤੇ ਕੁੜੀ ਨੂੰ ਖੂਹ ਵਿੱਚੋਂ ਪਾਣੀ ਬਾਹਰ ਕੱਢਣ ਲਈ ਕਿਹਾ ਜਾਂਦਾ। ਜੇ ਪਾਣੀ ਸਾਫ਼ ਨਿਕਲਦਾ ਤਾਂ ਕੁੜੀ ਨੂੰ ਪਵਿੱਤਰ ਸਮਝਿਆ ਜਾਂਦਾ, ਪਰ ਜੇ ਪਾਣੀ ਗੰਦਾ ਨਿਕਲਦਾ ਤਾਂ ਸਮਝਿਆ ਜਾਂਦਾ ਕਿ ਉਹ ਕੁੜੀ ਬਦਚਲਨ ਹੈ ਤੇ ਉਸ ਕੁੜੀ ਨੂੰ 7 ਦਿਨ ਲਈ ਖੂਹ ਕੋਲ ਬਣੇ ਕਮਰੇ ਵਿੱਚ ਗੁਜ਼ਾਰਨੇ ਪੈਂਦੇ ਸਨ। ਮੈਂ ਬਚਪਨ ਤੋਂ ਹੀ ਇਹ ਰਸਮ ਦੇਖ ਰਹੀ ਸੀ। ਜਦੋਂ ਮੈਂ ਛੋਟੀ ਸੀ ਤੇ ਮੇਰੇ ਚਾਚੇ ਦੀ ਕੁੜੀ ਦਾ ਵਿਆਹ ਤੈਅ ਕੀਤਾ ਗਿਆ। ਉਸ ਕੋਲੋਂ ਵੀ ਇਹ ਰਸਮ ਕਰਵਾਈ ਗਈ। ਜਦੋਂ ਉਸਨੇ ਪਾਣੀ ਕੱਢਿਆ ਤਾਂ ਪਾਣੀ ਗੰਦਾ ਸੀ ਤੇ ਰਸਮ ਦੇ ਮੁਤਾਬਕ ਉਸ ਨੂੰ ਉਸ ਹਨੇਰੇ ਕਮਰੇ ਵਿੱਚ ਹਫ਼ਤਾ ਰਹਿਣਾ ਪਿਆ। ਕਮਰੇ ਤੋਂ ਬਾਹਰ ਤਾਲਾ ਲਾ ਦਿੱਤਾ ਜਾਂਦਾ ਤੇ ਕੁਝ ਖਾਣ ਲਈ ਫਲ ਰੱਖ ਦਿੱਤੇ ਜਾਂਦੇ। ਇੱਕ ਭਗਵਾਨ ਦੀ ਮੂਰਤੀ ਰੱਖੀ ਜਾਂਦੀ ਤਾਂ ਜੋ ਕੁੜੀ 7 ਦਿਨ ਆਪਣੇ ਪਾਪ ਦੀ ਮਾਫੀ ਰੱਬ ਤੋਂ ਮੰਗਦੀ ਰਹੇ। ਜਦੋਂ 7 ਦਿਨ ਬਾਅਦ ਮੇਰੀ ਭੈਣ ਕਮਰੇ ਵਿੱਚੋਂ ਬਾਹਰ ਆਈ ਤਾਂ ਉਸ ਦਾ ਰੰਗ ਪੀਲਾ ਪੈ ਚੁੱਕਿਆ ਸੀ। ਉਹ ਠੀਕ ਤਰ੍ਹਾਂ ਚੱਲ ਵੀ ਨਹੀਂ ਪਾ ਰਹੀ ਸੀ, ਪਰ ਉਹ ਬਿਲਕੁਲ ਚੁੱਪ ਸੀ। ਉਸ ਕੋਲੋਂ ਦੁਬਾਰਾ ਪਾਣੀ ਭਰਵਾਇਆ ਗਿਆ ਤਾਂ ਇਸ ਵਾਰੀ ਪਾਣੀ ਸਾਫ਼ ਸੀ। ਫਿਰ ਮੇਰੀ ਭੈਣ ਦਾ ਵਿਆਹ ਰੱਖ ਦਿੱਤਾ ਗਿਆ, ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਮਰਨ ਸਮੇਂ ਉਸ ਦਾ ਚਿਹਰਾ ਨੀਲਾ ਪੈ ਗਿਆ ਸੀ। ਸਭ ਕਹਿ ਰਹੇ ਸੀ ਕਿ ਉਸਨੇ ਜ਼ਹਿਰ ਖਾ ਲਈ ਹੈ। ਮੇਰਾ ਭੈਣ ਨਾਲ ਬਹੁਤ ਪਿਆਰ ਸੀ। ਮੈਂ ਬਹੁਤ ਰੋਈ ਤੇ ਅੱਜ ਮੇਰੇ ਨਾਲ ਇਹ ਸਭ ਹੋ ਰਿਹਾ ਸੀ। ਮੈਂ ਵੀ ਖੂਹ ਵਿੱਚੋਂ ਪਾਣੀ ਕੱਢਿਆ ਤਾਂ ਉਹ ਗੰਦਾ ਸੀ, ਪਰ ਮੈਨੂੰ ਨਹੀਂ ਪਤਾ ਕਿ ਪਾਣੀ ਗੰਦਾ ਸੀ, ਕਿਉਂਕਿ ਮੈਂ ਤਾਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੈਂ ਪਵਿੱਤਰ ਹਾਂ। ਮੈਂ ਕੋਈ ਅਜਿਹਾ ਕੰਮ ਨਹੀਂ ਕੀਤਾ, ਫਿਰ ਵੀ ਪਾਣੀ ਗੰਦਾ ਕਿਉਂ ਸੀ? ਮੈਨੂੰ ਵੀ ਹਫ਼ਤੇ ਲਈ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਪੂਰਾ ਕਮਰਾ ਬੰਦ ਸੀ। ਆਸ-ਪਾਸ ਸੁੰਨਸਾਨ ਜੰਗਲ ਸੀ। ਮੈਨੂੰ ਡਰ ਸੀ ਕਿ ਜੇ ਕੋਈ ਜੰਗਲੀ ਜਾਨਵਰ ਨਾ ਆ ਜਾਵੇ। ਮੈਂ ਮੰਜੇ ਤੇ ਬੈਠ ਗਈ। ਫਿਰ ਮੇਰੀ ਭੈਣ ਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗਿਆ, ਜੋ ਕਿ ਬਹੁਤ ਸੋਹਣੀ ਸੀ। ਉਸ ਕਮਰੇ ਦਾ ਦਰਵਾਜ਼ਾ ਬਹੁਤ ਮਜ਼ਬੂਤ ਸੀ। ਮੇਰੇ ਕੋਲ ਖਾਣ ਲਈ ਫਲ ਹੀ ਸਨ। ਮੈਨੂੰ ਲੱਗ ਰਿਹਾ ਸੀ ਕਿ ਮੇਰਾ ਹਾਲ ਵੀ ਮੇਰੀ ਭੈਣ ਵਰਗਾ ਹੀ ਹੋਵੇਗਾ। ਮੈਂ ਬੇਵੱਸ ਹੋ ਕੇ ਮੰਜੀ ਤੇ ਬੈਠੀ ਸੀ। ਫਿਰ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਬਾਹਰ ਹੋਵੇ। ਪੈਰਾਂ ਦੀ ਆਹਟ ਸੁਣਾਈ ਦਿੱਤੀ। ਮੇਰੀ ਤਾਂ ਡਰ ਦੇ ਮਾਰੇ ਜਾਨ ਹੀ ਨਿਕਲ ਗਈ ਸੀ। ਮੈਂ ਰੱਬ ਅੱਗੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਦਰਵਾਜ਼ੇ ਦੀ ਵਿਰਲ ਵਿੱਚੋਂ ਦੇਖਿਆ ਜਿਵੇਂ ਕਿ ਕੋਈ ਆਦਮੀ ਬਾਹਰ ਹੋਵੇ। ਉਸ ਆਦਮੀ ਨੂੰ ਦੇਖ ਕੇ ਮੇਰੀ ਤਾਂ ਹਾਲਤ ਖਰਾਬ ਹੋ ਗਈ। ਸਾਡਾ ਪਰਿਵਾਰ ਮਿਡਲ ਕਲਾਸ ਸੀ ਤੇ ਖੇਤੀ ਦਾ ਕੰਮ ਸੀ। ਮੈਨੂੰ ਪੜ੍ਹਨ ਲਿਖਣ ਦਾ ਸ਼ੌਂਕ ਸੀ। ਮੈਂ 12ਵੀਂ ਤੱਕ ਪੜ੍ਹਾਈ ਕੀਤੀ, ਪਰ ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ। ਘਰਦਿਆਂ ਨੂੰ ਮਸਾਂ ਮਨਾਇਆ ਸੀ ਪੜ੍ਹਾਈ ਲਈ, ਪਰ ਪਾਪਾ ਨੇ ਸ਼ਰਤ ਰੱਖੀ ਕਿ ਮੈਂ ਵਿਆਹ ਉੱਥੇ ਕਰਵਾਵਾਂਗੀ ਜਿੱਥੇ ਉਹ ਕਹਿਣਗੇ। ਮੈਂ ਉਹਨਾਂ ਦੀ ਸ਼ਰਤ ਮੰਨ ਲਈ। ਮੈਂ ਹੋਸਟਲ ਵਿੱਚ ਰਹਿਣ ਲੱਗੀ। ਥੋੜੇ ਦਿਨਾਂ ਬਾਅਦ ਪਿੰਡ ਗੇੜਾ ਮਾਰ ਜਾਂਦੀ ਸੀ। ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਆਈ ਤਾਂ ਪਾਪਾ ਨੇ ਜਲਦੀ ਹੀ ਮੇਰਾ ਵਿਆਹ ਰੱਖ ਦਿੱਤਾ। ਮੈਂ ਵੀ ਪਾਪਾ ਨਾਲ ਕੀਤੇ ਵਾਅਦੇ ਅਨੁਸਾਰ ਬਿਨਾਂ ਕਿਸੇ ਸਵਾਲ ਦੇ ਹਾਂ ਕਰ ਦਿੱਤੀ ਸੀ। ਇੱਕ ਦਿਨ ਮੇਰੀ ਮਾਂ ਮੇਰੇ ਕਮਰੇ ਵਿੱਚ ਆ ਕੇ ਕਹਿਣ ਲੱਗੀ ਕਿ ਖੂਹ ਵਾਲੀ ਤੇਰੀ ਵੀ ਪ੍ਰੀਖਿਆ ਹੋਵੇਗੀ। ਤੂੰ ਇੰਨੇ ਸਾਲ ਘਰੋਂ ਬਾਹਰ ਰਹੀ ਹੈ, ਕਿਤੇ ਕੋਈ ਅਜਿਹਾ ਕੰਮ ਤਾਂ ਨਹੀਂ ਕੀਤਾ ਜਿਸ ਨਾਲ ਕੱਲ ਸਾਡਾ ਸਿਰ ਨੀਵਾਂ ਹੋ ਜਾਵੇ। ਮੈਂ ਆਪਣੀ ਮਾਂ ਨੂੰ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ। ਇੰਨੀ ਪੜ੍ਹਾਈ ਕਰਨ ਤੋਂ ਬਾਅਦ ਵੀ ਮੈਂ ਸਮਝ ਨਹੀਂ ਪਾ ਰਹੀ ਸੀ ਕਿ ਖੂਹ ਦੇ ਪਾਣੀ ਨਾਲ ਕਿਸੇ ਦੀ ਪਵਿੱਤਰਤਾ ਦਾ ਕਿਵੇਂ ਪਤਾ ਲੱਗ ਸਕਦਾ ਹੈ। ਖੈਰ, ਮੈਨੂੰ ਤਾਂ ਕੋਈ ਡਰ ਨਹੀਂ ਸੀ ਕਿਉਂਕਿ ਮੈਂ ਤਾਂ ਪਵਿੱਤਰ ਸੀ, ਪਰ ਉਦੋਂ ਮੇਰੇ ਹੋਸ਼ ਉੱਡ ਗਏ ਜਦੋਂ ਖੂਹ ਦੇ ਪਾਣੀ ਨੇ ਮੈਨੂੰ ਬਦਚਲਨ ਸਾਬਤ ਕਰ ਦਿੱਤਾ। ਮੈਂ ਬਹੁਤ ਕਿਹਾ ਕਿ ਇਹ ਸਭ ਝੂਠ ਹੈ। ਮੈਂ ਕਿਹਾ ਕਿ ਮੇਰਾ ਮੈਡੀਕਲ ਚੈੱਕਅਪ ਕਰਵਾ ਲਓ, ਇਹ ਬੇਹੂਦਾ ਰਸਮ ਨੂੰ ਮੰਨਣਾ ਛੱਡ ਦਿਓ, ਪਰ ਮੇਰੀ ਗੱਲ ਕਿਸੇ ਨੇ ਨਹੀਂ ਸੁਣੀ। ਮੇਰੀ ਮਾਂ ਪਿਓ ਬਹੁਤ ਸ਼ਰਮਿੰਦਾ ਹੋ ਗਿਆ ਤੇ ਫਿਰ ਮੈਨੂੰ ਵੀ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਪਰ ਰਾਤ ਨੂੰ ਜਦੋਂ ਮੈਂ ਗੇਟ ਦੀ ਵਿਰਲ ਵਿੱਚ ਦੇਖਿਆ
ਕਿ ਕੋਈ ਆਦਮੀ ਹੈ ਤਾਂ ਮੈਂ ਬਹੁਤ ਡਰ ਗਈ ਸੀ। ਜਿਵੇਂ ਉਹ ਬਾਹਰ ਲੱਗਿਆ ਤਾਲਾ ਖੋਲ ਰਿਹਾ ਸੀ, ਮੇਰੇ ਸਾਹ ਸੁੱਕ ਰਹੇ ਸਨ। ਜਦੋਂ ਉਹ ਦਰਵਾਜ਼ਾ ਖੋਲ ਕੇ ਅੰਦਰ ਆਇਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਇਹ ਤਾਂ ਸਾਡੇ ਪਿੰਡ ਦਾ ਸਰਪੰਚ ਸੀ, ਜੋ ਕਿ ਬਹੁਤ ਨਰਮ ਦਿਲ ਇਨਸਾਨ ਸੀ। ਪਿੰਡ ਵਾਲਿਆਂ ਦੀ ਹਮੇਸ਼ਾ ਮਦਦ ਕਰਦਾ ਸੀ। ਕਿਸੇ ਦੀ ਧੀ ਦਾ ਵਿਆਹ ਹੁੰਦਾ ਤਾਂ ਉਹ ਪੂਰੀ ਮਦਦ ਕਰਦਾ ਸੀ। ਲੋਕ ਉਸ ਦੀ ਬਹੁਤ ਇੱਜ਼ਤ ਕਰਦੇ ਸਨ। ਸਰਪੰਚ ਦੀ ਕੁੜੀ ਮੇਰੇ ਨਾਲ ਹੀ ਪੜ੍ਹਦੀ ਸੀ, ਇਸ ਲਈ ਮੈਂ ਕਦੇ-ਕਦੇ ਉਸ ਦੇ ਘਰ ਜਾਇਆ ਕਰਦੀ ਸੀ। ਸਰਪੰਚ ਨੂੰ ਦੇਖ ਕੇ ਮੇਰਾ ਡਰ ਥੋੜਾ ਘੱਟ ਹੋਇਆ, ਪਰ ਮਨ ਵਿੱਚ ਸਵਾਲ ਸੀ ਕਿ ਇਹ ਇੱਥੇ ਕੀ ਕਰਨ ਆਇਆ ਹੈ। ਉਹ ਅੰਦਰ ਆ ਕੇ ਮੇਰੇ ਮੰਜੇ ਤੇ ਬੈਠ ਗਿਆ ਤੇ ਮੈਨੂੰ ਕਹਿਣ ਲੱਗਿਆ ਕਿ ਡਰ ਨਾ, ਮੈਨੂੰ ਪਤਾ ਹੈ ਕਿ ਤੂੰ ਕੋਈ ਗਲਤ ਕੰਮ ਨਹੀਂ ਕੀਤਾ ਹੈ, ਪਰ ਹੁਣ ਤੇਰੇ ਨਾਲ ਕੁਝ ਅਜਿਹਾ ਹੀ ਹੋਣ ਵਾਲਾ ਹੈ। ਉਸ ਦਾ ਇਹ ਰੂਪ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਕਿ ਉਹ ਉਹੀ ਸਰਪੰਚ ਹੈ ਜੋ ਸਭ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਕਹਿੰਦਾ ਹੈ। ਉਸ ਨੇ ਮੈਨੂੰ ਗਲਤ ਤਰੀਕੇ ਨਾਲ ਛੂਹਣਾ ਸ਼ੁਰੂ ਕੀਤਾ ਤਾਂ ਮੈਂ ਉੱਠ ਕੇ ਖੜੀ ਹੋ ਗਈ। ਉਹ ਕਹਿਣ ਲੱਗਿਆ, ਡਰ ਨਾ, ਜੇ ਤੂੰ ਮੇਰੀ ਗੱਲ ਮੰਨ ਗਈ ਤਾਂ ਇਸ ਵਾਰ ਖੂਹ ਦਾ ਪਾਣੀ ਸਾਫ਼ ਨਿਕਲੇਗਾ ਤੇ ਤੈਨੂੰ ਸਾਰੇ ਪਵਿੱਤਰ ਸਮਝਣਗੇ। ਹੁਣ ਮੈਨੂੰ ਸਮਝ ਆ ਰਿਹਾ ਸੀ ਕਿ ਮੇਰੀ ਚਾਚੀ ਦੀ ਕੁੜੀ ਨਾਲ ਵੀ ਇਹ ਸਭ ਹੋਇਆ ਸੀ, ਜਿਸ ਕਰਕੇ ਉਸਨੇ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ। ਉਹ ਵੀ ਮੇਰੇ ਵਾਂਗ ਹੀ ਬਹੁਤ ਸੋਹਣੀ ਸੀ। ਮੈਂ ਤਾਂ ਸਰਪੰਚ ਨੂੰ ਪਿਤਾ ਸਮਾਨ ਸਮਝਦੀ ਸੀ, ਪਰ ਇਹ ਸਾਰਾ ਖੇਡ ਉਸ ਦਾ ਹੀ ਰਚਿਆ ਹੋਇਆ ਸੀ। ਭੋਲੇ ਭਾਲੇ ਪਿੰਡ ਦੇ ਲੋਕਾਂ ਨੂੰ ਉਹ ਬੇਵਕੂਫ ਬਣਾਉਂਦਾ ਸੀ। ਉਹ ਹਮਦਰਦ ਬਣ ਕੇ ਲੋਕਾਂ ਦੇ ਘਰਾਂ ਵਿੱਚ ਜਾਂਦਾ ਸੀ ਤਾਂ ਜੋ ਉਹਨਾਂ ਦੀਆਂ ਕੁੜੀਆਂ ਨੂੰ ਦੇਖ ਸਕੇ ਤੇ ਫਿਰ ਇਸ ਖੂਹ ਦੇ ਪਾਣੀ ਨਾਲ ਉਹਨਾਂ ਨੂੰ ਗਲਤ ਸਾਬਿਤ ਕਰਕੇ ਕਮਰੇ ਵਿੱਚ ਬੰਦ ਕਰਕੇ ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਕਰਦਾ ਸੀ। ਸਭ ਕੁਝ ਮੇਰੇ ਸਾਹਮਣੇ ਸੀ, ਪਰ ਮੈਂ ਵੀ ਪਿੰਡ ਦੀਆਂ ਹੋਰ ਕੁੜੀਆਂ ਵਾਂਗ ਅੱਜ ਉਸੇ ਜਗ੍ਹਾ ਤੇ ਸੀ। ਹੁਣ ਜਾਂ ਤਾਂ ਮੈਂ ਸਮਝੌਤਾ ਕਰ ਸਕਦੀ ਸੀ ਜਾਂ ਫਿਰ ਉੱਥੋਂ ਕਿਸੇ ਤਰ੍ਹਾਂ ਬਚ ਕੇ ਨਿਕਲ ਸਕਦੀ ਸੀ ਤੇ ਸਰਪੰਚ ਦਾ ਸੱਚ ਸਭ ਦੇ ਸਾਹਮਣੇ ਲਿਆ ਸਕਦੀ ਸੀ। ਮੇਰੇ ਦਿਮਾਗ ਵਿੱਚ ਇਹ ਸਭ ਚੱਲ ਹੀ ਰਿਹਾ ਸੀ ਕਿ ਸਰਪੰਚ ਨੇ ਮੈਨੂੰ ਜਿਵੇਂ ਹੀ ਹੱਥ ਲਾਇਆ, ਮੈਂ ਉਹਨੂੰ ਆਪਣੇ ਪੂਰੇ ਜ਼ੋਰ ਨਾਲ ਧੱਕਾ ਦੇ ਕੇ ਮੰਜੇ ਤੇ ਸੁੱਟ ਦਿੱਤਾ। ਮੰਜਾ ਵੀ ਪੁਰਾਣਾ ਸੀ। ਜਦੋਂ ਸਰਪੰਚ ਮੰਜੇ ਉੱਤੇ ਇੱਕਦਮ ਡਿੱਗਿਆ ਤਾਂ ਮੰਜਾ ਟੁੱਟ ਗਿਆ। ਇਸ ਤੋਂ ਪਹਿਲਾਂ ਕਿ ਸਰਪੰਚ ਦੁਬਾਰਾ ਉੱਠ ਕੇ ਕੋਈ ਹਰਕਤ ਕਰਦਾ, ਮੈਂ ਕਮਰੇ ਵਿੱਚੋਂ ਬਾਹਰ ਨਿਕਲ ਕੇ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਸਰਪੰਚ ਬਾਹਰ ਨਿਕਲਦਾ, ਮੈਂ ਪੁਲਿਸ ਸਟੇਸ਼ਨ ਜਾਣ ਬਾਰੇ ਸੋਚਿਆ। ਮੈਂ ਕਿਸੇ ਤਰ੍ਹਾਂ ਪੁਲਿਸ ਸਟੇਸ਼ਨ ਪਹੁੰਚੀ ਤੇ ਸਾਰੀ ਗੱਲ ਦੱਸੀ। ਪੁਲਿਸ ਵਾਲਾ ਸਾਡੇ ਨੇੜੇ ਦੇ ਪਿੰਡ ਦਾ ਸੀ। ਉਹ ਸਰਪੰਚ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਉਸ ਦੇ ਚਰਿੱਤਰ ਤੋਂ ਪਹਿਲਾਂ ਹੀ ਵਾਕਿਫ ਸੀ। ਫਿਰ ਉਸਨੇ ਦੱਸਿਆ ਕਿ ਸਰਪੰਚ ਨੇ ਉਸ ਦੀ ਮਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਸੀ। ਮੈਂ ਉਦੋਂ ਛੋਟਾ ਸੀ, ਇਸ ਲਈ ਕੁਝ ਨਹੀਂ ਕਰ ਸਕਿਆ। ਮੇਰੀ ਮਾਂ ਸਰਪੰਚ ਦੇ ਘਰ ਕੰਮ ਕਰਨ ਜਾਂਦੀ ਸੀ। ਪੁਲਿਸ ਵਿੱਚ ਆਉਣ ਤੋਂ ਬਾਅਦ ਮੈਂ ਉਸ ਦੇ ਖਿਲਾਫ ਸਬੂਤ ਇਕੱਠੇ ਕਰ ਰਿਹਾ ਸੀ ਤਾਂ ਕਿ ਮੈਂ ਉਸਨੂੰ ਉਸਦੇ ਕੀਤੇ ਦੀ ਸਜ਼ਾ ਦੇ ਸਕਾਂ। ਉਸਨੇ ਮੈਨੂੰ ਕਿਹਾ ਸੀ ਕਿ ਜੇ ਤੂੰ ਆਪਣੀ ਗਵਾਹੀ ਤੋਂ ਨਹੀਂ ਮੁੱਕਰਦੀ ਤਾਂ ਮੈਂ ਸਰਪੰਚ ਦੇ ਖਿਲਾਫ ਕੇਸ ਦਰਜ ਕਰ ਦਿੰਦਾ ਹਾਂ। ਮੈਂ ਕਿਹਾ ਮੈਂ ਹਰ ਹਾਲਤ ਵਿੱਚ ਉਸਨੂੰ ਉਸਦੇ ਕੀਤੇ ਦੀ ਸਜ਼ਾ ਦਿਵਾਉਣੀ ਹੈ ਤੇ ਮੈਂ ਹਿੰਮਤ ਨਹੀਂ ਹਾਰੀ ਤੇ ਖੁਦ ਨੂੰ ਹਾਲਾਤ ਦਾ ਸ਼ਿਕਾਰ ਨਹੀਂ ਹੋਣ ਦਿੱਤਾ। ਸਰਪੰਚ ਨੂੰ ਗ੍ਰਿਫਤਾਰ ਕਰ ਲਿਆ। ਹੁਣ ਸਾਰਿਆਂ ਦੇ ਸਾਹਮਣੇ ਕਮਰੇ ਤੇ ਖੂਹ ਦੇ ਪਾਣੀ ਦਾ ਰਾਜ਼ ਖੁੱਲ੍ਹ ਗਿਆ ਸੀ। ਮੈਂ ਹੁਣ ਆਜ਼ਾਦ ਸੀ ਤੇ ਆਪਣੇ ਪਿਤਾ ਦੇ ਘਰ ਸੀ। ਮੈਂ ਹਿੰਮਤ ਨਹੀਂ ਹਾਰੀ, ਖੁਦ ਨੂੰ ਹਾਲਾਤ ਦਾ ਸ਼ਿਕਾਰ ਨਹੀਂ ਹੋਣ ਦਿੱਤਾ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।